प्रभु बहुत वड्डी बरकत होवे। अज असी 30 अगस्त 2020 ਦੇ ਵਿੱਚ ਹਾਂ ਤੇ प्रभु ਤੁਹਾਨੂੰ बहुत वड्डी बरकत होवे। अज असी रोमिया 8 ਦੀ 18 आयत ਨੂੰ पढ़न ਲਈ जा रहे हैं। वचन कहता है, मेरी समझ विच इस वर्तमान समय के दुख उस प्रताप नाल जो गल प्रकाश होने वाला है मिचाउण दे योग नहीं है। दसना चाहता हाँ कि इस समय चल रहा समा है। उस वेले पौलुस भी कह रहा सी कि उहदे दिनां दे अंदर भी बहुत वड्डी मुश्किल सी। इतनी मुश्किल सी कि उन्हां दिनां दे अंदर बहुत जल्दी मसीहा नूं जांदा सी और उन्हां नूं जेल विच पा दिता जांदा सी। रहा है रोमिया की पत्री नूं, रोमिया की कलीसिया नूं कि मेरी समझ विच इस वर्तमान समय के दुख उस पर जो साडे लिए प्रकाश होण है मिचाउण दे योग नहीं है। एक सानू आशा है, एक साडा विश्वास है कि साडा प्रभु आएगा कि वो सानू अपने नाल लैके जाएगा और जदों वो आएगा तो वो आसमान के बदलों के उत्ते आवेगा। जिवें लिखत कहती है पहला थस्सलुनीकियां लिखत कहती है, संत पौलुस का मूँह बोलता है, पवित्र आत्मा लिखत लिखवाता है और वो कहता है कि थस्सलुनीकियां 4:16 प्रभु आप ललकार नाल महादूत दी परमेश्वर की तुरी नाल स्वर्ग तो उतरेगा ते जिहड़े मसीह विच हो के मोए हन वो पहला जी उठणगे। तद असीं जिहड़े जिउंदे अते बाकी रहिंदे हां असीं प्रभु दे मिलणों अचानक बदलां उत्ते उठाए जावांगे अते असीं सदा प्रभु दे संग रहांगे। और थल्ले लाइन खिंच के कहता है, इन्हां गल्लां दे नाल तुसी एक दूवे नूं की दिया करो, तसल्ली दिया करो। प्रभु तुहानूं बहुत वड्डी बरकत दे। मैं दसना चाहुंदा हाँ कि प्रभु की दूसरी आमद इन्हां दिनां विच होण वाली है और इस दूसरी आमद के बारे विच उसने बहुत कुछ खुदा दे आत्मा ने लिखवा दिता होया है। और पहला थस्सलुनीकियां 4:13 विच वचन कहता है, हे प्रभु तुसी उन्हां लई मतलब तुसी उन्हां लई अफसोस ना करो जिहड़े सुते हुए हैं, क्योंकि कईयां नूं आस नहीं है, कईयां नूं आस नहीं है। अगे 14वीं आयत विच कहता है, जे मसीह मुर्दियां विचों जी उठिया तां वो सानू भी असीं भी उहदे नाल जी उठांगे। इस समय की गल कर रहा है, जे मसीह यीशु मुर्दियां विचों जी उठिया ते असीं भी उहदे नाल जी उठांगे। और इस पहले थस्सलुनीकियां दे 4थे अध्याय विच इन्नी तगड़ाई इन्ने जोर के नाल
ਸੰਦੇਸ਼ ਹੋ ਰਿਹਾ ਹੈ, ਔਰ ਇਹ ਸੰਦੇਸ਼ ਜਿਹੜਾ ਹੈ ਇਹਦੇ ਉੱਤੇ ਸਾਨੂੰ ਇਹਨਾਂ ਵਿਸ਼ਵਾਸ ਕਰਨਾ ਚਾਹੀਦਾ ਹੈ। ਔਰ ਜਦ ਅਸੀਂ ਪ੍ਰਭੂ ਦੇ ਜਿਉਂਦੇ ਵਚਨ ਤੇ ਵਿਸ਼ਵਾਸ ਕਰਾਂਗੇ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਹੋਇਆ, ਵਿਸ਼ਵਾਸ ਕਰਨ ਵਾਲਿਆਂ ਲਈ ਸਭੋ ਕੁਝ ਹੋ ਸਕਦਾ ਹੈ। ਵਿਸ਼ਵਾਸ ਕਰਨ ਵਾਲਿਆਂ ਲਈ ਸਭੋ ਕੁਝ ਹੋ ਸਕਦਾ ਹੈ। ਵਿਸ਼ਵਾਸ ਦੱਸਣਾ ਚਾਹੁੰਦਾ ਕਿ ਉਹ ਮੁਰਦਿਆਂ ਚੋਂ ਜੀ ਉੱਠਣਗੇ ਜਿਹੜੇ ਅੱਜ ਵਿਸ਼ਵਾਸ ਕਰਦੇ ਨੇ। ਵਿਸ਼ਵਾਸ ਕਰਨ ਵਾਲੇ ਆਪਣੇ ਰੋਗਾਂ ਤੋਂ ਛੁੱਟ ਸਕਦੇ ਨੇ। ਵਿਸ਼ਵਾਸ ਕਰਨ ਵਾਲਿਆਂ ਦਾ ਜੀਵਨ ਬਦਲ ਸਕਦਾ। ਵਿਸ਼ਵਾਸ ਕਰਨ ਵਾਲੇ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਖਲੋ ਕੇ ਤੌਬਾ ਕਰ ਸਕਦੇ ਨੇ ਤੇ ਆਪਣੇ ਪਾਪਾਂ ਦਾ ਇਕਰਾਰ ਵੀ ਕਰ ਸਕਦੇ ਹਨ। ਪਰ ਮੈਂ ਤੁਹਾਡੇ ਸਾਹਮਣੇ ਇਹ ਆਇਤ ਰੱਖੀ ਹੋਈ ਹੈ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਟਾਉਣ ਦੇ ਯੋਗ ਨਹੀਂ, ਅਤੇ ਸ੍ਰਿਸ਼ਟੀ ਵੱਡੀ ਚਾਅ ਨਾਲ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕ ਰਹੀ ਹੈ। ਇਹ ਸਾਰੀ ਧਰਤੀ ਪਰਮੇਸ਼ਵਰ ਦੇ ਪ੍ਰਕਾਸ਼ ਹੋਣ ਨੂੰ ਉਡੀਕ ਰਹੀ ਹੈ। ਕਿਸ ਤਰ੍ਹਾਂ ਉਡੀਕ ਰਹੀ ਹੈ ਇਹ ਸਾਰੀ ਧਰਤੀ? ਕਿਉਂ? ਧਰਤੀ ਨੇ ਪਰਮੇਸ਼ਵਰ ਦੇ ਪੁੱਤਰਾਂ ਨੂੰ ਵੇਖਿਆ। ਧਰਤੀ ਨੇ ਪਰਮੇਸ਼ਵਰ ਦੇ ਪੁੱਤਰਾਂ ਨੂੰ ਸ੍ਰਿਸ਼ਟੀ ਨੇ ਵੇਖਿਆ। ਔਰ ਕਿਉਂਕਿ ਕਿ ਜਦੋਂ ਧਰਤੀ ਦੇ ਉੱਤੇ ਪਰਮੇਸ਼ਵਰ ਦੇ ਪੁੱਤਰ ਹੋਣਗੇ ਤੇ ਕੀ ਹੋਵੇਗਾ? ਧਰਤੀ ਦੇ ਉੱਤੇ ਬੜੀ ਵੱਡੀ ਸ਼ਾਂਤੀ ਹੋਵੇਗੀ। ਧਰਤੀ ਦੇ ਉੱਤੇ ਬੜੀ ਵੱਡੀ ਕੀ ਹੋਵੇਗੀ? ਸ਼ਾਂਤੀ ਹੋਵੇਗੀ। ਧਰਤੀ ਦੇ ਉੱਤੇ ਕਿਹੋ ਜਿਹੀ ਸ਼ਾਂਤੀ ਹੋਵੇਗੀ? ਯਸ਼ਾਇਆ 11:6 ਚ ਲਿਖਿਆ, ਬਘਿਆੜ ਲੀਲੇ ਨਾਲ ਰਹੇਗਾ। ਬਘਿਆੜ ਲੀਲੇ ਨਾਲ ਰਹੇਗਾ, ਮੇਮਨਾ ਚੀਤੇ ਨਾਲ ਬੈਠੇਗਾ, ਜਵਾਨ ਸ਼ੇਰ ਪਾਲਤੂ ਪਸ਼ੂ ਇਕੱਠੇ, ਇੱਕ ਛੋਟਾ ਮੁੰਡਾ ਉਹਨਾਂ ਨੂੰ ਲਈ ਫਿਰੇਗਾ। ਦੁੱਧੋਂ ਛਡਾਇਆ ਹੋਇਆ ਬੱਚਾ ਨਾਗ ਦੀ ਵਰਮੀ ਦੇ ਉੱਤੇ ਹੱਥ ਪਾਵੇਗਾ। ਔਰ ਸਾਰੀ ਧਰਤੀ ਯਹੋਵਾ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀਆਂ ਦੇ ਨਾਲ ਭਰਿਆ ਹੋਇਆ ਹੈ। ਅਸਲ 'ਚ ਇਸ ਵਾਤਾਵਰਨ ਨੂੰ ਪਰਮੇਸ਼ਵਰ ਦੀ ਇਹ ਧਰਤੀ ਸਾਰੀ ਜਿਹੜੀ ਆ ਪਰਮੇਸ਼ਵਰ ਦੇ ਪੁੱਤਰਾਂ ਨੂੰ ਉਡੀਕ ਰਹੀ ਆ ਕਿ ਪਰਮੇਸ਼ਵਰ ਦੇ ਪੁੱਤਰ ਪ੍ਰਗਟ ਹੋ ਜਾਣ। ਅੱਜ ਇਸ ਧਰਤੀ ਦੇ ਉੱਤੇ ਪਰਮੇਸ਼ਵਰ ਦੇ ਪੁੱਤਰ ਜਿਹੜੇ ਨੇ ਉਹ ਤੇ ਕਿਤੇ ਕਿਤੇ ਨਜ਼ਰ ਆ ਰਹੇ ਨੇ, ਤੇ ਅਸੀਂ ਦੇਖਦੇ ਹਾਂ ਕਿ ਦੂਸਰੇ ਜਿਹੜੇ ਨੇ ਨਜ਼ਰ ਆ ਰਹੇ ਨੇ। ਸਾਡੀ ਉਹਨਾਂ ਦੀ ਵੀ ਦੁਆ ਹੈ ਕਿ ਖੁਦਾ ਉਹਨਾਂ ਦੀ ਜ਼ਿੰਦਗੀ ਦੇਵੇ। ਔਰ ਜਦ ਕਿਸੇ ਦੀ ਜ਼ਿੰਦਗੀ ਬਦਲੀ ਜਾਂਦੀ ਹੈ, ਜਦ ਕਦੇ ਕਿਸੇ ਦਾ ਜੀਵਨ ਬਦਲਿਆ ਜਾਂਦਾ ਹੈ ਤੇ ਉਹ ਮਸੀਹੀ ਹੁੰਦਾ ਹੈ। ਔਰ ਫਿਰ ਉਹਦੇ ਅੰਦਰੋਂ ਉਹ ਗੱਲਾਂ ਜਿਹੜੀਆਂ ਖੁਦਾ ਨੂੰ ਚੰਗੀਆਂ ਨਹੀਂ ਲੱਗਦੀਆਂ ਉਹ ਨਿਕਲ ਜਾਂਦੀਆਂ ਨੇ ਤੇ ਉਹਦਾ ਸੁਭਾਅ ਨਮਰ ਹੋ ਜਾਂਦਾ ਹੈ। ਔਰ ਉਹ ਆਦਮੀ ਹੋਵੇ, ਔਰਤ ਹੋਵੇ, ਉਹ ਜਵਾਨ ਬੱਚਾ ਹੋਵੇ, ਉਹ ਜਵਾਨ ਬੱਚੀ ਹੋਵੇ, ਉਹ ਕੀ ਕਰਨਗੇ? ਉਹਨਾਂ ਦਾ ਜੀਵਨ ਬਦਲ ਜਾਏਗਾ ਔਰ ਉਹ ਆਪਣੇ ਪਰਮੇਸ਼ਰ ਤੋਂ ਡਰਨਾ ਸ਼ੁਰੂ ਕਰ ਦੇਣਗੇ। ਜੇ ਕਿਤੇ ਗਲਤੀ ਹੋ ਜਾਵੇ ਤੇ ਗਲਤੀ ਨੂੰ ਵੀ ਉਹ ਕੀ ਕਰਨਗੇ? ਆਪਣੇ ਮੂੰਹ ਤੋਂ ਉਸ ਗਲਤੀ ਦਾ ਇਕਰਾਰ ਕਰ ਜਾਣਗੇ। ਪ੍ਰਭੂ ਬਹੁਤ ਮੈਂ 19 ਆਇਤ ਨੂੰ ਤੁਹਾਡੇ ਸਾਹਮਣੇ ਬੋਲਣ ਲੱਗਾ ਹਾਂ। ਅਤੇ ਸ੍ਰਿਸ਼ਟੀ ਵੱਡੀ ਚਾਅ ਨਾਲ
परमेश्वर के पुत्रां दे प्रकाश होने उडीक रही है। परमेश्वर के पुत्र किस दिन प्रकाश हो जाएंगे, किस दिन वो मतलब लोगों को पता लग जाएगा कि परमेश्वर के पुत्र ने, जिस दिन साडा प्रभु आसमान के बदलों उत्ते आ जाएगा। जो आ जाएगा तो पहला थसलोनीकियां 4:16 मैं तुहाडे सामने पहला भी रखी है, दोबारा मैं इस करके रखदा रहिंदा हाँ तां जो तुसी प्रभु दियां गल्लां दे विच होर मजबूत। और लिखत कहती है कि इसलिए प्रभु आप ललकारे नाल, महादूत दी आवाज़ नाल, परमेश्वर की तुरी नाल स्वर्ग तो उतरेगा अते जिहड़े मसीह विच हो के मोए हन वो पहलां च ही उठणगे। तद असीं जिहड़े जिउंदे अते बाकी रहिंदे हां असीं प्रभु दे मिलनों अचानक बदलाए जावांगे। जाने के कहण दा भाव असीं इस चले जावांगे और फिर इस धरती के उत्ते वो अजाब होवेगा जिहड़ा तुसीं हुणे ही सुनिया है। रब तुहानूं बहुत वड्डी किरपा देवे और इस 16 आयत तुहाडे सामने रख दिती गई है और 17वीं आयत है, तद असीं जिहड़े जिउंदे अते बाकी रहिंदे हां उन्हां दे नाल ही हवा विच प्रभु दे मिलनों अचानक बदलों उत्ते उठाए जावांगे अते असीं सदा प्रभु दे संग रहांगे। तुसीं इन्हां गल्लां दे नाल करो दर्शन भई असीं इस धरती दे नहीं हाँ, असीं इस धरती दे उत्ते परदेसी हाँ, मुसाफिर हाँ, साडा कोई भी इत्थे स्थिर रहण वाला घर नहीं है। तो मेरे अजी जो असी जिन्ने जिन्ने प्रभु की नज़दीकी विच होवांगे प्रभु साडे जीवनां दे उत्ते बहुत वड्डी जाते किरपा करेगा। और मैं तुहाडे सामने रोमिया 8:19-20 नूं रख रहा सी और मैं फिर उत्थे जावांगा क्योंकि उत्थे अज दा टॉपिक है और बड़ा जबरदस्त है क्योंकि इत्थे लिखत कहती है 21 आयत मतलब 20 आयत तो सृष्टि अनर्थ के अधीन की गई अपनी करन वाले के कारण पर उम्मीद ना अनर्थ के अधीन कर दी गई ये सारी धरती। तो मेरे अजीज खुदा दे आत्मा पौलुस दे हिरदे विच पा दी और उन्हें लिख और दूसरा तीमुथियुस और उसका तीसरा अध्याय और पहलियां आयतां मैं तुहाडे सामने पढ़नियां चाहुंदा और लिखत कहती है ये जान छड्ड भैड़े समय आ जाणगे मनुख आप स्वार्थी माया दे लोभी चीखीबाज कुफर बकन वाले मापियां दे अण आग्याकार नशुकरे पवित्र निर्मोह पत्थर दिल पराई करन वाले असंजमी करड़े नेकी दे वैरी निमक हराम काले अते होणगे रूप धार के भी ओदी शक्ति दे की होणगे इनकारी होणगे। अज सारा अनर्थ तुसी धरती दे उत्ते वेख सकते हो अपनियां अखां नाल कन्नां नाल सुन सकते हो क्योंकि धरती अनर्थ के अधीन कर दी गई है। तो मेरे को
ਕਰਨ ਵਾਲੇ ਦੀ ਨਾਲ ਪਰ ਉਮੀਦ ਨਾਲ, ਉਮੀਦ ਕੀ ਆਏਗਾ ਆਪਣੇ ਲੋਕਾਂ ਨੂੰ ਇੱਕ ਵਾਰ ਫਿਰ 1000 ਸਾਲੇ ਰਾਜ ਦੇ ਅੰਦਰ ਚਲੀ ਜਾਵੇਗੀ। तो मैं एक बात ਤੁਹਾਡੇ ਸਾਹਮਣੇ ਰੱਖ ਰਿਹਾ ਹਾਂ, ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੇ ਬਾਲਕਾਂ ਦੀ ਆਜ਼ਾਦੀ ਨੂੰ ਪ੍ਰਾਪਤ ਕਰੇ। ਅਸੀਂ ਜਾਣਦੇ ਹਾਂ ਭਾਈ ਸਾਰੀ ਸ੍ਰਿਸ਼ਟੀ ਹੋ ਕੇ ਭਰਦੀ ਹੈ ਅਤੇ ਉਹਨੂੰ ਪੀੜਾਂ ਲੱਗੀਆਂ ਹੋਈਆਂ ਹਨ, ਅਤੇ ਨਿਰੀ ਉਹ ਤਾਂ ਨਹੀਂ ਸਗੋਂ ਅਸੀਂ ਆਤਮਾ ਆਪਣੇ ਆਪ ਵਿੱਚ ਹੋ ਆਪਣੀ ਸਾਰੇ ਦੀ ਉਡੀਕ ਵਿੱਚ ਬੈਠੇ ਹੋਏ ਹਾਂ। ਅਸੀਂ ਦਈ ਤੋਂ ਛੁੱਟ ਜਾਣਾ, ਅਸੀਂ ਇਸ ਦਈ ਛੁੱਟ ਜਾਣਾ ਚਾਹੁੰਦੇ ਹਾਂ। ਕਿਉਂ ਛੁੱਟਣਾ ਚਾਹੁੰਦੇ ਹਾਂ? ਇਹਦੇ ਵਿੱਚ ਰਹਿ ਕੇ ਸਾਨੂੰ ਉਹ ਸਵਰਗੀ ਸਰੀਰ ਨਹੀਂ ਮਿਲ ਸਕੇਗਾ, ਔਰ ਜੇ ਇਹਦੇ ਵਿੱਚ ਅਸੀਂ ਰਹਿਣ ਦੀ ਚਾਹ ਕਰਦੇ ਹਾਂ ਤੇ ਫਿਰ ਅਸੀਂ ਉਠਾਏ ਨਹੀਂ ਜਾ ਸਕਾਂਗੇ, ਕਿਉਂਕਿ ਪ੍ਰਭੂ ਕੀ ਕਰੇਗਾ, ਉਹ ਅੱਖ ਦੀ ਝਪਕ ਵਿੱਚ ਬਦਲ ਕੇ ਹੋਰ ਕਰ ਦੇਵੇਗਾ। ਔਰ ਪਹਿਲਾ ਦੂਸਰਾ ਕਰੰਥੀਆਂ 5 ਦੀ ਪਹਿਲੀ ਆਇਤ ਵਿੱਚ ਲਿਖਿਆ, ਜਦੋਂ ਸਾਡਾ ਤੰਬੂ ਜਿਹਾ ਘਰ ਜਿਹੜਾ ਇਸ ਧਰਤੀ ਦੇ ਉੱਤੇ ਹੈ ਢਹਿ ਪਵੇ, ਪਰਮੇਸ਼ਵਰ ਦੇ ਕੋਲੋਂ ਘਰ ਮਿਲੇਗਾ ਜਿਹੜਾ ਬਿਨਾਂ ਹੱਥ ਲਾਏ ਅਟਲ ਅਤੇ ਸਵਰਗ ਦੇ ਵਿੱਚ ਬਣਿਆ ਹੋਇਆ ਹੈ। ਕੀ ਤੁਹਾਨੂੰ ਸਵਰਗ ਦੀ ਆਸ ਹੈ? ਕੀ ਸਾਨੂੰ ਸਵਰਗ ਦੀ ਆਸ ਹੈ? ਔਰ ਜੇ ਸਵਰਗ ਦੀ ਆਸ ਹੈ ਤੇ ਫਿਰ ਇਸ ਧਰਤੀ ਦੇ ਦੁੱਖ ਨੂੰ ਅਸੀਂ ਵੇਖ ਰਹੇ ਹਾਂ, ਇਹ ਉਸ ਪ੍ਰਤਾਪ ਨਾਲ ਮਿਟਾਉਣ ਦੇ ਯੋਗ ਨਹੀਂ ਹਨ। ਇਹ ਉਸ ਪ੍ਰਤਾਪ ਨਾਲ ਮਿਟਾਉਣ ਦੇ ਯੋਗ ਨਹੀਂ ਹਨ ਜਿਹੜਾ ਸਾਨੂੰ ਮਿਲ ਜਾਣ ਵਾਲਾ ਹੈ। ਵੱਡੀ ਬਰਕਤ ਹੋਵੇ। ਇੱਥੇ ਲਿਖਿਆ ਹੈ, ਪਰਮੇਸ਼ਵਰ ਦੇ ਚੁਣਿਆ ਹੋਇਆਂ ਦੇ ਉੱਤੇ ਕੌਣ ਦਾਅਵਾ ਕਰੇਗਾ? ਪਰਮੇਸ਼ਵਰ ਹੀ ਹੈ ਅਤੇ ਮਤਲਬ ਜਿਹੜਾ ਧਰਮੀ ਠਹਿਰਾਉਂਦਾ ਹੈ, ਉਹ ਕੌਣ ਜੋ ਸਜ਼ਾ ਦਾ ਹੁਕਮ ਦੇਵੇਗਾ? ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ, ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਜਿਹੜਾ ਪਰਮੇਸ਼ਰ ਦੇ ਸੱਜੇ ਹੱਥ ਅਤੇ ਸਾਡੇ ਲਈ ਕੀ ਕਰਦਾ ਹੈ, ਮੇਰੇ ਲਈ ਤੇ ਤੁਹਾਡੇ ਲਈ ਕੀ ਕਰਦਾ ਹੈ, ਸਿਫਾਰਿਸ਼ ਕਰਦਾ ਹੈ। ਅੱਜ ਕਿਸੇ ਪਾਸ ਦੀ ਸਿਫਾਰਿਸ਼ ਨਾਲ ਨਹੀਂ ਅਸੀਂ ਜਾ ਸਕਦੇ ਕਿਤੇ ਵੀ, ਪਰ ਜੇ ਪਰਮੇਸ਼ਰ ਹੈ ਉਹ ਜ਼ਰੂਰ ਸਾਡੇ ਲਈ ਕੀ ਕਰਦਾ ਹੈ, ਸਿਫਾਰਿਸ਼ ਕਰਦਾ ਹੈ। ਮੈਂ ਇੱਕ ਕਹਾਣੀ ਪੜ੍ਹੀ ਔਰ ਉਹ ਕਹਾਣੀ ਡੈਨੀਅਲ ਕਰੀ ਦੀ ਹੈ। ਡੈਨੀਅਲ ਕਰੀ ਅਮਰੀਕਾ ਦੇ ਵਿੱਚ ਇੱਕ ਪ੍ਰਚਾਰਕ ਮਨੁੱਖ ਸੀਗਾ ਔਰ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਦੇ ਚਰਨਾਂ ਦੇ ਵਿੱਚ ਪ੍ਰਭੂ ਦੇ ਲੈ ਕੇ ਆਇਆ। ਇੱਕ ਦਿਨ ਉਸ ਪ੍ਰਚਾਰਕ ਦੇ ਜੀਵਨ ਦੀ ਸ਼ਾਮ ਪੈ ਗਈ। ਸ਼ਾਮ ਦਾ ਮਤਲਬ ਜਦੋਂ ਅਸੀਂ ਇੱਥੋਂ ਚਲੇ ਜਾਵਾਂਗੇ ਸ਼ਾਮ ਪੈ ਜਾਏਗੀ, ਸਾਡੇ ਲਈ ਦਿਨ ਨਹੀਂ ਹੋਵੇਗਾ, ਸ਼ਾਮ ਪੈ ਜਾਏਗੀ। ਔਰ ਉਸ ਸੇਵਕ ਦੇ ਲਈ ਵੀ ਸ਼ਾਮ ਪੈ ਗਈ ਔਰ ਉਹ ਮਰ ਗਿਆ ਔਰ ਉਹਦਾ ਆਤਮਾ ਸਵਰਗ ਦੇ ਬੂਹੇ ਤੱਕ ਚਲਾ ਗਿਆ। ਔਰ ਜਦੋਂ ਸਵਰਗ ਦੇ ਬੂਹੇ ਤੱਕ ਗਿਆ, ਉਹਨੇ ਕਿਹਾ, ਮੈਂ ਡੈਨੀਅਲ ਕਰੀ ਹਾਂ,
एक दूत आया अंदरों और वो कहने लगा, हाँ जी श्रीमान। कहता जी मैं दानियल करी हाँ, मैं प्रभु की सेवा दे विच हज़ारां लोकां नूं जित्तिया है। और दूत ने कहा, श्रीमान मैनू तुहाडा नाम पढ़ के आउण दो कि तुहाडा नाम उत्थे स्वर्ग है या नहीं। किन्ने सुन रहे, किन्ने सुन रहे? सोना नहीं सुनना, सुन। तो प्रभु बहुत वड्डी किरपा देवे। मैं दसना चाहता कि क्या तो उन्हें कहा, श्रीमान जी तुहाडा इत्थे नाम है, स्वर्ग विच तुहाडा इत्थे नाम है नहीं गा। कहता जी अच्छा मेरा नाम है नहीं, मैं सेवा की। कहता जी इत्थे कहण दा कोई तुहानूं, चिट्टे सिंघासन अगे प्रार्थना करो। सिंघासन अगे जदों प्रार्थना की ते ओ करीदा आत्मा उपर जा, बड़ी तेज उपर जा रहा सी, बड़ी तेज जा रहा सी। और ज्यों ज्यों उत्ते जा रहा सी ओदा मतलब की कहना चाहिए, रोशनी वो 10 सूरजां वर्गी हो गई। और जो ऊपर जा रहा सी रुक गया और एक आवाज आई कि तू धरती ते निर्दोष सी, कि तू धरती दे उत्ते निर्दोष सी। ये आदमी कंबन डा पिया, कहता नहीं प्रभु जी मैं उत्थे निर्दोष नहीं सी। कि तू फिर वो चीज़ां लै लियां नहीं सन, चीज़ां लै लियां, मैं वो गल्लां कीतियां जिहड़ियां मैनूं करनियां नहीं सी चाहिदियां, मैं वो चीज़ां लै लियां जिहड़ियां मेरियां नहीं सन। फिर एक आवाज़ आई, फिर तू की निर्दोष? कहता नहीं मैं निर्दोष नहीं, एक धमाका होना सी और करी जा। उस वेले एक आवाज़ आउंदी है और वो मां नालों वध प्यारी आवाज़ है। ये आवाज़ खुदावंद उसने क्या, हे पिता दानियल दे जिन्ने पाप ने मेरे जिम्मे लिख दे, क्योंकि धरती के उत्ते ये मेरे लिए खलोता होया सी, अज स्वर्ग विच मैं इहदे लई खलोता होया। की तुसीं इन्हां दिनां नूं एवें समझे जान वाले नहीं हैं। और लिखत कहती है कौन है जो सजा का हुक्म देवेगा? मसीह यीशु ही है जिहड़ा मर गया, हाँ जिवालिया गया, जिहड़ा परमेश्वर के सज्जे पासे है अते साडे लई सिफारिश करता है। कौन सानू मसीह के प्रेम तो अड करेगा? इत्थे आके खड़े हो जो, आखो कौन सानू मसीह के प्यार तो अड करेगा? जे ते तुहाडा उहदे नाल गाढ़ा रिश्ता हो गया और जे ते तुसी ओनू बहुत ते कोई चीज़ इस संसार की नालों वखरिया नहीं कर सकती, क्योंकि प्रभु आउण वाला है। प्रभु आउण वाला है। बस आखिरी आयत देण वाला है। आखिरी आयत कहती है होया है, असी तेरे लिए दिन पर जानो मारे जाते हैं, असी कोइयां जान वालियां भेडां दे तुल गिने जाते। और जे ते तुसी आज मैं तुहाडे सामने नहीं चाहता हाँ, लिखती है इस तरह आत्मा भी साडी दुर्बलताई विच साडी सहायता कर, जो किस वस्ती करनी चाहिए असी नहीं जानते, पर आत्मा आप
ਸਾਡੇ ਲਈ ਸਿਫਾਰਿਸ਼ ਕਰਦਾ ਹੈ। ਹਿਰਦਿਆਂ ਦਾ ਜਾਚਣ ਵਾਲਾ ਸਾਨੂੰ ਜਾਂਚਦਾ ਹੈ। ਮੇਰੇ ਅਜੀਜ਼ੋ, ਆਓ ਹਾਲਤ ਵਿੱਚ ਹੋਈਏ ਕਿ ਅਸੀਂ ਉਸ ਦਿਨ ਉਠਾਏ ਜਾਵਾਂਗੇ, ਔਰ ਜਿਸ ਦਿਨ ਉਹ ਆਸਮਾਨ ਦੇ ਬੱਦਲਾਂ ਉੱਤੇ ਆਵੇਗਾ ਕਿ ਜਾਵਾਂਗੇ ਕਿ ਇਸ ਵਰਤਮਾਨ ਸਮੇਂ ਉਸ ਪ੍ਰਤਾਪ ਨਾਲ ਜਿਨ੍ਹਾਂ ਨੇ ਉਠਾਏ ਜਾਣਾ ਹੈ ਮਿਚਾਉਣ ਦੇ ਯੋਗ ਹੋਣਗੇ, ਕਦੇ ਨਹੀਂ ਹੋਣਗੇ। ਆਓ ਅਸੀਂ ਦੁਆ ਕਰੀਏ ਔਰ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਵਿੱਚ ਰੱਖੀਏ। ਸਾਡੇ ਜਿਉਂਦੇ ਪ੍ਰਭੂ ਯਿਸੂ ਮਸੀਹਾ, ਤੇਰਾ ਬਹੁਤ ਪ੍ਰਭੂ ਬੜੀ ਵੱਡੀ ਕਿਰਪਾ ਦੇ ਜੀ ਪਿਆਰੇ ਪ੍ਰਭੂ ਯਿਸੂ ਮਸੀਹਾ। ਸ਼ੁਕਰ ਹੋਵੇ ਪ੍ਰਭੂ, ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਨਾਲ ਹੋ ਪ੍ਰਭੂ ਜੀ, ਕਿਉਂਕਿ ਉਹ ਜਿਹੜੇ ਦੁੱਖ ਹੁਣ ਪ੍ਰਤਾਪ ਦੇ ਨਾਲ ਮਚਾਉਣ ਦੇ ਯੋਗ ਨਹੀਂ ਹਨ, ਅਤੇ ਸ੍ਰਿਸ਼ਟੀ ਵੱਡੀ ਚਾਅ ਨਾਲ ਪਰਮੇਸ਼ਵਰ ਦੇ ਪੁੱਤਰਾਂ ਦੀ ਉਡੀਕ ਤੈਨੂੰ ਉਡੀਕ ਰਹੇ ਹਾਂ। ਖੁਦਾਵੰਦ ਤੂੰ ਸਾਡੀ ਕਿਰਪਾ ਕਰਕੇ। ਸ਼ੁਕਰ ਹੋਵੇ, ਧੰਨਵਾਦ ਹੋਵੇ। ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ।